देखो अजकल डिजिटलाइजेशन हैज़ बिकम पार्ट ऑफ बिजनेस ये बिना डिजिटलाइजेशन ਦੇ ਕੋਈ ਕੁਝ ਵੀ मूवमेंट नहीं हो पा रही। अगर ਅਸੀਂ ਸੋਚਦੇ ਹਾਂ ਸਾਡੀ ਡਿਮਾਂਡ ਸੀ ਵੀ ਆਟੋ ਸੈਕਟਰ ਕਿਉਂਕਿ ਬਹੁਤ ਡਾਊਨ ਜਾ ਰਿਹਾ, ਅਗਰ ਉਹਦੇ ਤੇ GST ਦਾ ਬਰਡਨ, GST ਦੀ ਜਿਹੜੀ ਸਲੈਬ ਹੈ 28 ਤੋਂ 18 ਕਰ ਦੇਣ ਤਾਂ ਸਪੈਸ਼ਲੀ ਟੂ ਵੀਲਰ ਇੰਡਸਟਰੀ ਨੂੰ ਬੜਾ ਬੂਸਟ ਮਿਲਣਾ ਸੀ, ਉਹ ਨਹੀਂ ਹੋ ਪਾਇਆ। ਔਰ ਸਾਨੂੰ ਇਹ ਲੱਗਦਾ ਸੀ ਕਿ ਐਕਸਪੋਰਟਰ ਨੂੰ ਅੱਜ ਇੱਕ ਸਪੈਸ਼ਲ ਇਨਸੈਂਟਿਵ ਦਿੱਤਾ ਜਾਊਗਾ, लेकिन बहुत निराशा हुई है। मैं तो 0 ही नंबर दे रहा जी सारे 10 ਦੇ ਵਿੱਚੋਂ। मुद्रा लोन प्रोवाइड किए जाते थे 10 लाख तक, वो लिमिट 20 लाख की गई, पर बड़े अफसोस ने गल करनी पैंदी है भी कोई भी बैंक वो लोन प्रोवाइड करके खुश नहीं है इंडस्ट्री नूं। हाँ जी सर, अज का जो बजट है उस ते पंजाब नूं की मिले? देखो सिर्फ पंजाब या कोई एक पर्टिकुलर स्टेट बारे नहीं है बजट असी गिन के चलते, ये सेंटर का बजट है पूरी कंट्री लिए बनया। अगर असी इस तरह सोचांगे भी एक पर्टिकुलर सैक्शन नूं एक पर्टिकुलर इंडस्ट्री नूं की मिले तो फिर कभी भी कोई इंडस्ट्री वाला खुश नहीं हो सकता। ये एक अच्छा बजट है, ਇਹਦੇ ਵਿੱਚ ਇੱਕ ਸਭ ਤੋਂ ਵੱਡਾ ਪੋਜ਼ਿਟਿਵ ਇੰਪੈਕਟ ਇਹ ਹੈ ਕਿ ਕੋਈ ਐਡੀਸ਼ਨਲ ਟੈਕਸ ਦਾ ਬਰਡਨ ਨਹੀਂ ਸਰਕਾਰ ਨੇ ਪਾਇਆ, ਔਰ ਜਿਹੜੇ ਜੋ ਵੀ ਸਟੈਪਸ ਲਿੱਤੇ ਨੇ ਉਹਨੂੰ ਇਕੋਨੋਮੀ ਨੂੰ ਰਿਵਾਈਵ ਕਰਨ ਲਈ, ਇਕੋਨੋਮੀ ਨੂੰ ਹੋਰ ਬੂਸਟ ਦੇਣ ਦੇ ਲਈ ਲਿੱਤੇ ਹੈ। ਸਾਰੇ ਅੱਛੇ ਸਟੈਪਸ ਮੰਨੇ ਜਾਂਦੇ ਆ। ਇਨਫਰਾਸਟ੍ਰਕਚਰ ਦੇ ਉੱਪਰ ਉਹਨਾਂ ਨੇ ਸਰਕਾਰ ਨੇ ਬੜਾ ਆਪਣਾ ਫੋਕਸ ਰੱਖਿਆ। 25,000 ਕਿਲੋਮੀਟਰ ਦੀਆਂ ਰੋਡਸ ਅਗਰ ਬਣਦੀਆਂ ਸੋ ਵਿਚ ਵਿਲ ਬੂਸਟ ਇਕੋਨੋਮੀ, ਉਹਦੇ ਵਿੱਚ ਇੰਪਲੋਇਮੈਂਟ ਵੀ ਜਨਰੇਟ ਹੋਏਗੀ, ਸਟੀਲ ਸੀਮੈਂਟ ਇੰਡਸਟਰੀ ਵੀ ਆਏਗੀ, ਔਰ ਉਸ ਇੰਡਸਟਰੀ ਦੇ ਨਾਲ ਉਸ ਸੈਕਸ਼ਨ ਦੇ ਨਾਲ ਜਿੰਨੇ ਲੋਕ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਬੂਸਟ ਮਿਲੇਗਾ। ਸੋ ਹੋਰ ਐਗਰੀਕਲਚਰ ਆਰਗੈਨਿਕ ਫਾਰਮਿੰਗ ਤੇ ਉਹਨਾਂ ਨੇ ਬੂਸਟ ਰੱਖਿਆ, ਡਿਜੀਟਲਾਈਜੇਸ਼ਨ ਤੇ ਬੜਾ ਫੋਕਸ ਰੱਖਿਆ। ਡਿਜੀਟਲਾਈਜੇਸ਼ਨ ਦਿੱਤਾ ਹੈ ਕਿ ਇਹਦੇ ਨਾਲ ਪੰਜਾਬ ਦੀ ਇੰਡਸਟਰੀ ਜਿਹੜੀ ਕਿ ਇੱਕ ਸਮਾਲ ਸਕੇਲ ਹੈਗੀ ਹੈ ਜਾਂ ਪੰਜਾਬ ਦਾ ਜਿਹੜਾ ਇੱਕ ਸੈਕਟਰ ਹੈ ਉਹਨੂੰ ਕੋਈ ਫਾਇਦਾ ਹੋਏਗਾ ਜੀ? ਫੋਕਸ देखो अजकल डिजिटलाइजेशन हैज़ बिकम पार्ट ऑफ बिजनेस, ये बिना डिजिटलाइजेशन दे कोई कुछ भी मूवमेंट नहीं हो पा रही, और ये डेफिनेटली सारे सैक्शनस नूं इहदा बेनिफिट मिलेगा, और पंजाब इज़ वन ऑफ दैम, पंजाब नूं भी जरूर मिलेगा। सर अज का जिहड़ा बजट आया ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਕਿਹੜੀ ਪਾਲਿਸੀ ਹੈਗੀ ਜਿਹਦਾ ਪੰਜਾਬ ਦੀ ਇੰਡਸਟਰੀ ਨੂੰ ਫਾਇਦਾ ਮਿਲ ਸਕਦਾ ਹੈ ਜਾਂ ਫਾਇਦਾ ਨਾ ਮਿਲ ਸਕਦਾ ਹੋਵੇ, ਕੋਈ ਇੰਪੈਕਟ? देखो अगर ਸਭ ਤੋਂ ਇੱਕੋ ਇੱਕ ਬੈਨੀਫਿਟ ਅਸੀਂ ਓਵਰਆਲ ਅਗਰ ਦੇਖਦੇ ਹਾਂ ਕਿ ਕੋਈ ਐਡੀਸ਼ਨਲ ਟੈਕਸ ਬਰਡਨ ਨਹੀਂ ਆਇਆ। ਪਹਿਲੀ ਚੀਜ਼, ਅਗਰ ਅਸੀਂ ਸੋਚਦੇ ਹਾਂ ਸਾਡੀ ਡਿਮਾਂਡ ਸੀ ਵੀ ਆਟੋ ਸੈਕਟਰ ਕਿਉਂਕਿ ਬਹੁਤ ਡਾਊਨ ਜਾ ਰਿਹਾ, ਅਗਰ ਉਹਦੇ ਤੇ GST ਦਾ ਬਰਡਨ, GST ਦੀ ਜਿਹੜੀ ਸਲੈਬ ਹੈ 28 ਤੋਂ 18 ਕਰ ਦੇਣ ਤਾਂ ਸਪੈਸ਼ਲੀ ਟੂ ਵੀਲਰ ਇੰਡਸਟਰੀ ਨੂੰ ਬੜਾ ਬੂਸਟ ਮਿਲਣਾ ਸੀ, ਉਹ ਨਹੀਂ ਹੋ ਪਾਇਆ। ਇੱਕ ਸਰ ਰॉ ਮਟੀਰੀਅਲ ਦੀ ਪ੍ਰਾਈਸਿਸ, ਸਟੀਲ ਦੀ ਪ੍ਰਾਈਸਿਸ ਨੂੰ ਲੈ ਕੇ ਬੜੀ ਦੇਰ ਦਾ ਪੰਜਾਬ ਦੀ ਇੰਡਸਟਰੀ ਦੀ ਮੰਗ ਸੀ, ਕਿਉਂਕਿ ਬਾਰਡਰ ਏਰੀਆ ਵੀ ਹੈਗਾ, ਫਰੇਟ ਦੀ ਵੀ ਮਾਰ ਪੈਂਦੀ ਹੈ, ਔਰ ਹੋਰ ਵੀ ਬਥੇਰੇ ਤਰੀਕੇ ਦੇ ਪ੍ਰੋਬਲਮਸ ਹੈਗੀਆਂ MSME ਸੈਕਟਰ, ਉਹਦਾ ਕੁਝ ਹੋਇਆ ਜੀ? ਜਿਹੜੀਆਂ ਸਟੀਲ ਪ੍ਰਾਈਸਿਸ ਹੈ ਉਹ ਕਾਰਟਲਾਈਜੇਸ਼ਨ ਹੈ, ਤੇ ਪੰਜਾਬ ਇੰਡਸਟਰੀ ਦੀ ਵੀ ਇਹ ਡਿਮਾਂਡ ਸੀ ਕਿ ਕਾਰਟਲਾਈਜੇਸ਼ਨ ਨੂੰ ਖਤਮ ਕੀਤਾ ਜਾਵੇ। ਜਿਹੜੇ 5 ਵੱਡੇ ਪਲਾਂਟ ਹੈ ਸਟੀਲ ਦੇ ਉਹ ਆਪਣਾ ਰੇਟ ਕੱਢਦੇ, ਉਹ ਰੇਟ ਦੇ ਨਾਲ ਫਿਰ ਜਿਹੜੀ ਸਮਾਲ ਜਿਹੜੇ ਸਟੀਲ ਪ੍ਰੋਡਿਊਸਰਸ ਹੈ ਜੋ ਮੰਡੀ ਗੋਬਿੰਦਗੜ੍ਹ ਲੁਧਿਆਣਾ 'ਚ ਸਟੀਲ ਰੋਲਿੰਗ ਮਿਲਸ ਹੈ ਉਹਨੂੰ ਫੋਲੋ ਕਰਦੇ ਹੋਏ ਉਹ ਵੀ ਉਹਦੇ ਨੀਅਰਰ ਕੋਈ ਰੇਟ ਕੱਢ ਲੈਂਦੇ ਆ। ਅਤੇ ਸਾਡੀ ਇੱਕ ਇਹ ਡਿਮਾਂਡ ਚੱਲੀ ਆ ਰਹੀ ਹੈ ਵੀ ਉਹ ਕਾਰਟਲਾਈਜੇਸ਼ਨ ਨੂੰ ਖਤਮ ਕਰਨ ਲਈ ਸਰਕਾਰ ਕੋਈ ਸਟੈਪ ਲਵੇ। ਸਰਕਾਰ ਨੇ ਕੋਈ ਇੱਦਾਂ ਦਾ ਸਟੈਪ ਹਲੇ ਤੱਕ ਨਹੀਂ ਲਿੱਤਾ ਹੈ, ਲੇਕਿਨ ਜਿਹੜੀ ਅੱਜ ਸਟੀਲ ਦੇ ਜਿਹੜੀ ਸਕ੍ਰੈਪ ਹੈ ਉਹਦੇ 'ਤੇ ਇੰਪੋਰਟ ਦੇ ਵਿੱਚ ਉਹਨਾਂ ਨੇ ਆਪਣੀ ਇੰਟਰਵੀਨ ਕੀਤਾ ਹੈ। ਅਗਰ ਸਟੀਲ ਪ੍ਰਾਈਸਿਸ ਦੀ ਅਗਰ ਸਕ੍ਰੈਪ ਨੂੰ ਵੀ ਅਗਰ ਉਹ ਕੰਟਰੋਲ ਕਰ ਲੈਂਦੇ ਉਹਦਾ ਵੀ ਇੰਪੈਕਟ ਪਏਗਾ ਸਟੀਲ ਪ੍ਰਾਈਸਿਸ 'ਤੇ। ਉਹਦਾ ਇੰਪੈਕਟ ਫਰਨੈਸ ਰੋਲਿੰਗ ਮਿਲ 'ਤੇ ਆਏਗਾ। ਜਿਹੜੇ ਸਟੀਲ ਦੇ ਪ੍ਰਾਈਸਿਸ ਹੈ ਉਹ ਨਹੀਂ ਵਧਣਗੇ, ਉਹ ਵਿਦਨ ਕੰਟਰੋਲ ਰਹਿਣਗੇ। ਉਹਦਾ ਜਿਹੜੀ MSME ਇੰਡਸਟਰੀ ਹੈ ਪੰਜਾਬ ਦੀ ਉਹਨੂੰ ਡੈਫੀਨੇਟਲੀ ਬੈਨੀਫਿਟ ਮਿਲੇਗਾ। ਠੀਕ ਹੈ ਜੀ, ਥੈਂਕ ਯੂ ਸਰ। हाँ जी सर, ਤੁਹਾਡਾ ਨਾਮ? ਮੈਂ ਸਰਜੀਤ ਸਿੰਘ ਹਾਂ ਜੀ, CICU ਦਾ ਐਕਸਪੋਰਟ ਕਮੇਟੀ ਦਾ ਕਨਵੀਨਰ ਹਾਂ ਜੀ, ਔਰ FIO ਪੰਜਾਬ ਦਾ ਕਨਵੀਨਰ ਹਾਂ ਜੀ। ਮੈਂ ਤਾਂ ਐਕਸਪੋਰਟਰ ਬਾਰੇ ਹੀ ਗੱਲ ਕਰਾਂਗਾ ਜੀ। ਸਾਡੀ ਬੜੀਆਂ ਆਸਾਂ ਸੀਗੀਆਂ, ਅਸੀਂ ਬਹੁਤ ਡਾਕੂਮੈਂਟੇਸ਼ਨ ਕੀਤੀ ਸੀਗੀ ਮਿਨਿਸਟਰੀ ਆਫ ਫਾਈਨਾਂਸ ਦੇ ਨਾਲ, ਆਪਣੇ ਮਿਨਿਸਟਰੀ ਆਫ ਜਿਹੜੀ ਪਿਊਸ਼ ਗੋਇਲ ਜੀ ਦੇ ਨਾਲ ਅਸੀਂ ਬਹੁਤ ਜ਼ਿਆਦਾ ਰਾਬਤਾ ਕਾਇਮ ਕੀਤਾ ਸੀਗਾ, ਜਿਹਦੇ ਸਾਡੀਆਂ ਡਿਮਾਂਡ ਸੀਗੀਆਂ ਕਿ ਜਿਹੜੀ ਕੋਈ ਵੀ ਜੇ ਸਕੀਮ ਲੈ ਕੇ ਆਉਂਦੇ ਹੋ ਤਾਂ ਉਹਨੂੰ ਲਗਾਤਾਰ ਇੰਪਲੀਮੈਂਟ ਕਰਿਆ ਕਰੋ, ਉਹਨੂੰ ਵਿੱਚ ਵਿਚਾਲੇ ਰੋਕ ਦੇਣਾ, ਜੋ ਕਿ ਇਸ ਵੇਲੇ ਪ੍ਰੈਜ਼ੈਂਟ ਗਵਰਨਮੈਂਟ ਆਫ ਇੰਡੀਆ ਜੋ ਕਰ ਰਹੀ ਆ। ਜਿਵੇਂ MEIS ਸੀਗਾ ਸਾਡਾ, ਰੋਡ ਟੈਪ ਹੈਗਾ, ਰੋਡ ਟੈਪ ਦੇ ਉੱਤੇ ਕੋਈ ਵਰਕ ਹੀ ਨਹੀਂ ਹੋ ਰਿਹਾ, ਲਾਇਸੈਂਸ ਹੀ ਨਹੀਂ ਐਕਸਪੋਰਟਰਸ ਨੂੰ ਮਿਲ ਰਿਹਾ, ਐਕਸਪੋਰਟਰਾਂ ਦਾ ਪੈਸਾ ਫਸਦਾ ਜਾ ਰਿਹਾ। ਇੱਕ ਪਾਸੇ ਅਸੀਂ ਇੰਟਰਸਟ ਦੇ ਰਹੇ ਹਾਂ, ਇੱਕ ਸਾਨੂੰ ਇੰਟਰਸਟ ਸਬਵੈਂਸ਼ਨ ਦਿੱਤੀ ਹੋਈ ਸੀ 5% ਦੀ, ਜੋ ਕਿ ਇਸ ਕਰਕੇ ਸੀ ਕਿ ਜਿਹੜੇ ਇੰਟਰਨੈਸ਼ਨਲ ਇੰਟਰਸਟ ਰੇਟ ਨੇ ਉਹ ਘੱਟ ਨੇ ਤੇ ਸਾਡੇ ਜਿਹੜੇ ਇੰਟਰਸਟ ਨੇ ਇੰਡੀਆ ਦੇ ਜ਼ਿਆਦਾ ਨੇ, ਉਹਨਾਂ ਨੂੰ ਇਕੁਅਲਾਈਜੇਸ਼ਨ ਕਰਨ ਵਾਸਤੇ ਇੰਟਰਸਟ ਸਬਵੈਂਸ਼ਨ ਦਿੱਤੀ ਗਈ ਸੀ। ਐਕਸਪੋਰਟਰਸ ਨੂੰ ਬਹੁਤ ਵੱਡਾ ਬੈਨੀਫਿਟ, ਪਰ ਸਤੰਬਰ ਦੇ ਵਿੱਚ ਬਿਨਾਂ ਕੁਛ ਦੱਸਿਆ, ਬਿਨਾਂ ਕੋਈ ਪਲਾਨ ਕੀਤਿਆਂ ਉਹਨੂੰ ਬੰਦ ਕਰ ਦਿੱਤਾ ਗਿਆ, ਔਰ ਕੋਈ ਵੀ ਅੱਗੇ ਉਹਦਾ ਰੋਡ ਮੈਪ ਨਹੀਂ, ਕੋਈ ਦੱਸਿਆ ਨਹੀਂ ਜਾ ਰਿਹਾ ਐਕਸਪੋਰਟਰਸ ਨੂੰ ਵੀ ਕੀ ਕਰਨਾ ਹੈ ਇਹਦਾ।
ਦੇਖੋ ਅੱਜ ਜਿਹੜਾ ਐਕਸਪੋਰਟ ਹੈ ਇੱਕ ਇਹ ਸੌਖਾ ਸਬਜੈਕਟ ਨਹੀਂ ਹੈ। ਐਕਸਪੋਰਟਰਸ ਨੇ 1 ਸਾਲ ਦੇ 2 ਸਾਲ ਦੇ 3 ਸਾਲ ਦੇ ਕੰਟੈਕਟ ਕਰਨੇ ਹੁੰਦੇ, ਲੌਂਗ ਰਨ ਦਾ ਬਿਜ਼ਨਸ ਹੁੰਦਾ ਆ ਉਹਦੇ 'ਚ। ਸਾਡੇ ਤਾਂ ਸਭ ਤੋਂ ਵੱਡੀ ਮਾਰ ਪੈ ਰਹੀ ਆ ਕੰਟੇਨਰਸ ਦੀ, ਔਰ ਫਰੇਟ ਜਿਹੜੇ ਕੰਟੇਨਰ ਨੌਨ ਅਵੇਲੇਬਿਲਿਟੀ ਔਰ ਉਹਦੇ ਫਰੇਟ ਜਿਹੜੇ ਬਹੁਤ ਜ਼ਿਆਦਾ ਵੱਧ ਚੁੱਕੇ ਨੇ, ਉਹ ਸਾਡੇ ਤੇ ਮਾਰ ਸੀਗੀ। ਇੰਟਰਸਟ ਸਬਵੈਂਸ਼ਨ ਸਾਡੇ ਤੋਂ 5% ਲੈ ਲਿਆ ਗਿਆ। ਸਾਨੂੰ ਇਹ ਵੀ ਨਹੀਂ ਪਤਾ, ਅਸੀਂ ਪਲਾਨ ਨਹੀਂ ਕਰ ਪਾ ਰਹੇ ਕਿ ਸਾਨੂੰ ਕੱਲ ਨੂੰ ਮਿਲਣਾ ਕਿ ਨਹੀਂ ਮਿਲਣਾ। ਸਾਡਾ ਅਸੀਂ ਕਾਸਟਿੰਗ ਲਾਗਤ ਵਧ ਗਈ, ਅਸੀਂ ਹੁਣ ਕਾਸਟਿੰਗ ਕਰ ਹੀ ਨਹੀਂ ਪਾ ਰਹੇ। ਇਸੇ ਤਰ੍ਹਾਂ MEIS ਦਾ ਸਾਨੂੰ ਪਤਾ ਨਹੀਂ ਹੈ ਕਿ ਸਾਨੂੰ ਮਿਲਣਾ ਜਾਂ ਨਹੀਂ ਮਿਲਣਾ। ਗਵਰਨਮੈਂਟ ਨੇ 1.5 ਸਾਲ ਤੱਕ MEIS ਨੂੰ ਬੰਦ ਕਰ ਰੱਖਿਆ, ਇੱਕਦਮ ਚਾਲੂ ਕਰ ਦਿੱਤਾ। ਪਲੈਨਟੀ ਆਫ MEIS ਇਸ਼ੂ ਹੋ ਗਏ, ਸਕ੍ਰਿਪਟ ਜਿਹੜੇ ਸੀਗੇ, ਰੋਡ ਟੈਪ ਆ ਗਿਆ, ROCTL ਆ ਗਿਆ। ਹੁਣ ਉਸ ਦੀ ਬਾਜ਼ਾਰ ਦੇ ਵਿੱਚ ਡਿਮਾਂਡ ਐਂਡ ਸਪਲਾਈ ਦਾ ਖੇਲ ਹੈ। ਬਾਜ਼ਾਰ ਦੇ ਵਿੱਚ ਸਪਲਾਈ ਜ਼ਿਆਦਾ ਆ, ਸਕ੍ਰਿਪ ਦੀ ਜਦਕਿ ਡਿਮਾਂਡ ਘੱਟ ਆ। ਗਵਰਨਮੈਂਟ 100 ਰੁਪਏ ਦੇ ਰਹੀ ਆ, ਲੇਕਿਨ ਐਕਸਪੋਰਟਰ ਨੂੰ 15% ਦਾ ਸਿੱਧਾ ਲਾਸ ਹੋ ਰਿਹਾ, ਔਰ ਜਿਹੜਾ ਇੰਪੋਰਟਰ ਹੈਗਾ ਉਹ 85% ਤੇ 82-83% ਤੇ ਉਹ ਇਸ ਵੇਲੇ ਖਰੀਦ ਰਿਹਾ। ਜਿਹੜਾ ਰੋਡ ਟੈਪ ਦਾ ਰੇਟ ਆ ਉਹ 70% ਤੱਕ ਆ ਗਿਆ, 30% ਦਾ। ਗਵਰਨਮੈਂਟ 100% ਦੇ ਰਹੀ ਆ, ਗਵਰਨਮੈਂਟ 100 ਰੁਪਏ ਦੇ ਰਹੀ ਆ ਤੇ ਐਕਸਪੋਰਟਰ ਨੂੰ 70 ਰੁਪਏ ਮਿਲ ਰਹੇ ਨੇ। ਇਹ ਸਕੀਮਾਂ ਦਾ ਲਾਭ ਹੀ ਨਹੀਂ ਹੋ ਰਿਹਾ ਕੋਈ ਵੀ। ਇਹ ਗਵਰਨਮੈਂਟ ਦੀਆਂ ਫੇਲੀਅਰ ਸਕੀਮਾਂ ਨੇ, ਔਰ ਅਸੀਂ ਆਪਣੀ ਕਾਸਟਿੰਗ ਨੂੰ ਸਹੀ ਤਰੀਕੇ ਨਾਲ ਕੱਢ ਹੀ ਨਹੀਂ ਪਾ ਰਹੇ। ਮੈਂ 5 ਟ੍ਰਿਲੀਅਨ ਇਕਨੋਮੀ ਮੋਦੀ ਸਾਹਿਬ ਨੇ ਗੱਲ ਕੀਤੀ ਸੀ, ਆਪਾਂ ਬੜੇ ਖੁਸ਼ ਹੋਏ ਸੀਗੇ ਕਿ ਉਹਦੇ 'ਚ ਐਕਸਪੋਰਟ ਦਾ ਬਹੁਤ ਵੱਡਾ ਹੱਥ ਹੋਏਗਾ, ਔਰ ਸਾਨੂੰ ਐਂ ਲੱਗਦਾ ਸੀ ਕਿ ਐਕਸਪੋਰਟਰ ਨੂੰ ਅੱਜ ਇੱਕ ਸਪੈਸ਼ਲ ਇਨਸੈਂਟਿਵ ਦਿੱਤਾ ਜਾਊਗਾ, ਲੇਕਿਨ ਬਹੁਤ ਨਿਰਾਸ਼ਾ ਹੋਈ ਹੈ ਸਾਰੇ ਐਕਸਪੋਰਟਰ ਨੂੰ। ਆਲ ਓਵਰ ਇੰਡੀਆ ਲੈਵਲ ਤੇ ਮੇਰੀ ਗੱਲ ਚੱਲ ਰਹੀ ਹੈ। ਜਿਹੜਾ ਬਜਟ ਹੈ ਉਹ 5 ਟ੍ਰਿਲੀਅਨ ਦੇ ਫੁੱਟਪ੍ਰਿੰਟ ਤੇ ਨਹੀਂ ਹੈ। ਨਹੀਂ, 5 ਟ੍ਰਿਲੀਅਨ ਤਾਂ ਬਹੁਤ ਦੂਰ ਦੀ ਗੱਲ ਰਹਿ ਜਾਂਦੀ ਹੈ। ਦੇਖੋ ਆਟੋਮੈਟਿਕਲੀ ਇਹ ਵਧਣਾ ਹੀ ਵਧਣਾ ਆ, ਬਟ ਉਹ ਜੇ ਆਪਾਂ ਇਹਨੂੰ ਬੂਸਟ ਕਰਕੇ ਵਾਲੇ ਪਾਸੇ ਚੱਲੀਏ ਤਾਂ ਬੂਸਟ ਲਈ ਕੁਝ ਨਹੀਂ ਕੀਤਾ ਗਿਆ। ਤੇ ਇਸ ਪਾਸੇ ਗਵਰਨਮੈਂਟ, ਮੈਨੂੰ ਲੱਗਦਾ ਕਿ ਗਵਰਨਮੈਂਟ ਨੇ ਬਹੁਤ ਹੀ ਨਿਰਾਸ਼ ਕੀਤਾ ਸਾਨੂੰ ਸਾਰਿਆਂ ਨੂੰ। ਮੈਂ ਤਾਂ 0 ਹੀ ਨੰਬਰ ਦੇ ਰਿਹਾ ਜੀ ਸਾਰੇ 10 ਦੇ ਵਿੱਚੋਂ, ਕਿਉਂਕਿ ਐਕਸਪੋਰਟਰ ਲਈ ਇਹ 0 ਹੈ ਜੀ। ਥੈਂਕ ਯੂ ਜੀ। ਸਤਿੰਦਰਜੀਤ ਸਿੰਘ ਔਟਮ, CICU ਚੈਂਬਰ ਆਫਿਸ ਗਿੱਲ ਦਾ, ਜਾ ਕੇ ਮੈਨੂੰ ਸਾਡੇ ਪ੍ਰਧਾਨ ਅਵਕਾਰ ਸਿੰਘ ਜੀ ਨੇ ਹੈੱਡ ਬਣਾਇਆ ਹੋਇਆ। ਸਮਾਲ ਸਕੇਲ ਇੰਡਸਟਰੀ ਨੂੰ ਅਸੀਂ ਰਿਪਰੈਜ਼ੈਂਟੇਟਿਵ ਕਰਦੇ ਹਾਂ। ਸਾਡੀ ਕਿ ਸਾਈਕਲ ਪਾਰਟਸ ਦਾ ਮੈਨੂਫੈਕਚਰਿੰਗ ਮੇਰਾ ਯੂਨਿਟ ਹੈ ਜੀ। ਜਿਸ ਤਰ੍ਹਾਂ ਕਿ ਸਾਈਕਲ ਪਾਰਟਸ ਦੇ ਵਿੱਚ ਮਟੀਰੀਅਲ ਦੀ ਫਲਕਚੁਏਸ਼ਨ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ ਕੁਝ ਸਾਲਾਂ ਤੋਂ। ਜਿਸ ਤਰ੍ਹਾਂ ਕਿ ਅੱਜ ਸਰਕਾਰ ਨੇ ਦਾਅਵਾ ਕੀਤਾ ਕਿ GST ਦੀ ਕਲੈਕਸ਼ਨ ਵਧੀ ਆ, ਉਹ ਕਲੈਕਸ਼ਨ ਇਸ ਕਰਕੇ ਵਧੀਆ ਕਿ ਮਟੀਰੀਅਲ ਦੇ ਪ੍ਰਾਈਸਿਸ ਪਿਛਲੇ 2 ਸਾਲ ਦੇ ਵਿੱਚ 40% ਇਨਕਰੀਜ਼ ਆ ਗਈ ਮਟੀਰੀਅਲ ਦੇ ਰੇਟ ਦੇ ਵਿੱਚ। ਔਰ ਸਾਡੀ ਸਮਾਲ ਸਕੇਲ ਇੰਡਸਟਰੀ ਇਹਨਾਂ ਰੇਟਾਂ ਦੇ ਵਿੱਚ ਡੇਲੀ ਦੀ ਫਲਕਚੁਏਸ਼ਨ ਨਾਲ ਵਾਈਬਲ ਨਹੀਂ ਹੈ, ਔਰ ਸਾਡੇ ਬਹੁਤ ਸਾਰੇ ਯੂਨਿਟ ਸਿੱਖ ਹੋ ਗਏ ਨੇ। ਇਸੇ ਤਰ੍ਹਾਂ ਜੋ ਪਿਛਲੇ ਕੋਵਿਡ ਦੇ ਦੌਰਾਨ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਾ ਕੇ ਸਾਡੇ ਮੁਦਰਾ ਲੋਨ ਪ੍ਰੋਵਾਈਡ ਕੀਤੇ ਜਾਂਦੇ ਸੀਗੇ 10 ਲੱਖ ਤੱਕ, ਉਹਦੀ ਲਿਮਿਟ 20 ਲੱਖ ਕੀਤੀ ਗਈ। ਪਰ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈਂਦੀ ਹੈ ਵੀ ਕੋਈ ਵੀ ਬੈਂਕ ਉਹ ਲੋਨ ਪ੍ਰੋਵਾਈਡ ਕਰਕੇ ਖੁਸ਼ ਨਹੀਂ ਹੈਗਾ ਇੰਡਸਟਰੀ ਨੂੰ। ਤੇ ਉਹਦੇ ਵੇਲੇ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਤੋਂ ਕਿ ਸਾਨੂੰ ਬਿਜ਼ਨਸ ਕਾਰਡ ਇਸ਼ੂ ਕੀਤੇ ਜਾਣ, ਜਿਹਦੇ ਨਾਲ ਕਿ ਅਸੀਂ ਐਮਰਜੈਂਸੀ ਫੰਡਿੰਗ ਅਸੀਂ ਯੂਜ਼ ਕਰ ਸਕੀਏ। ਉਹਦੇ ਵਿੱਚ ਇੰਟਰਸਟ ਸਾਨੂੰ ਮਿਨੀਮਮ ਲਗਾਇਆ ਜਾਵੇ। ਇਸੇ ਤਰ੍ਹਾਂ ਜਿਹੜੇ ਸਮਾਲ ਸਕੇਲ ਇੰਡਸਟਰੀ ਆ, ਸਾਡੇ ਫੰਡਿੰਗ ਉਹੀ ਕੰਪਨੀਆਂ ਵੱਲੋਂ ਜਾਂ ਕੁਝ ਕੰਪਨੀਆਂ ਵੱਲੋਂ ਸਾਡੇ ਬਹੁਤ ਹੀ ਜ਼ਿਆਦਾ ਪੈਸੇ ਰੁਕ ਰਹੇ ਨੇ, ਜਾਂ ਕੁਝ ਕੰਪਨੀਆਂ ਪੈਸੇ ਪੇ ਨਹੀਂ ਕਰਦੀਆਂ। ਉਹ MSME ਆਫਿਸ ਦੇ ਵਿੱਚ ਉਹ ਸਾਡੀਆਂ ਜਿਹੜੀਆਂ ਪੇਮੈਂਟਾਂ ਨੇ, ਕਲੈਕਸ਼ਨ ਦਾ ਸਰਕਾਰ ਸਮਾਲ ਸਕੇਲ ਇੰਡਸਟਰੀ ਦੀ ਮਦਦ ਕਰੇ, ਉਹਨਾਂ ਨੂੰ ਜੋ ਸਮੇਂ ਸਿਰ ਜੇ ਉਹਨਾਂ ਦੇ ਪੈਸੇ ਰੁਕੇ ਦਿਵਾਏ ਜਾਣ। ਬਾਕੀ ਸਾਡੀ ਸਰਕਾਰ ਦਾ ਜੋ ਸਟਾਰਟਰਸ ਲਈ ਜੋ ਕਿ ਇਨੀਸ਼ੀਏਟਿਵ ਲੈ ਕੇ ਸੈਂਟਰ ਗੌਰਮੈਂਟ, ਬਹੁਤ ਅੱਛੀ ਗੱਲ ਆ। ਪਰ ਜਿਹੜੇ ਪੁਰਾਣੇ ਐਗਜ਼ਿਸਟਿੰਗ ਯੂਨਿਟ ਨੇ ਪਿਛਲੇ 40 ਸਾਲ ਤੋਂ ਚੱਲ ਰਹੇ ਜਾਂ ਪਿਛਲੇ 15-20 ਸਾਲ ਤੋਂ ਵੀ ਚੱਲ ਰਹੇ ਆ, ਉਹਨਾਂ ਨੂੰ ਵੀ ਸਰਕਾਰ ਨੂੰ ਉਹਨਾਂ ਕੰਨੀ ਧਿਆਨ ਦੀ ਲੋੜ ਆ, ਉਹਨਾਂ ਨੂੰ ਰਾਹਤ ਦਿੱਤੀ ਜਾਵੇ। ਸਾਡੇ ਜਿਹੜੇ ਲੇਬਰ ਲਾਜ਼ ਨੇ ਸੰਨ 47 ਤੋਂ ਬਣੇ ਹੋਏ ਨੇ ਵੀ ਸ਼ੌਪ ਐਕਟ ਦੇ ਵਿੱਚ ਸੀਲਿੰਗ 10 ਵਰਕਰ ਤੱਕ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ, ਜਿਸ ਤਰ੍ਹਾਂ ਕਿ ਚਾਈਨਾ ਦੇ ਵਿੱਚ ਵੀ ਆ ਵੀ ਉੱਥੇ ਦੀ ਲੇਬਰ ਬਹੁਤ ਡੈਡੀਕੇਟਡ ਹੋ ਕੇ ਕੰਮ ਕਰਦੀ ਆ, ਉਹ ਲਾਜ਼ ਨੂੰ ਵੀ ਉਹਨਾਂ ਦੀ ਲਿਮਿਟ ਇਨਕਰੀਜ਼ ਕੀਤੀ ਜਾਵੇ ਤੇ ਸਮਾਲ ਸਕੇਲ ਇੰਡਸਟਰੀ ਨੂੰ ਮਟੀਰੀਅਲ ਪ੍ਰੋਵਾਈਡ ਕੀਤਾ ਜਾਵੇ। ਹੋਰ ਜੋ ਵੀ ਉਹਦੀਆਂ ਜਾਨੀ ਕਿ ਜ਼ਰੂਰਤਾਂ ਨੇ, ਜਿਹੜੇ ਆਲਰੇਡੀ ਐਗਜ਼ਿਸਟਿੰਗ ਯੂਨਿਟ ਆ ਉਹਨਾਂ ਨੂੰ ਵੀ ਜਿੰਦਾ ਰੱਖਿਆ ਜਾਵੇ। ਜਿਹੜੇ ਵੀ ਕੋਈ ਯੂਨਿਟ ਨੇ ਉਹ ਘੱਟੋ ਘੱਟ ਵੀ ਇੱਕ ਯੂਨਿਟ ਵੀ 25 ਤੋਂ 30 ਵਰਕਰ ਨੂੰ ਵੀ ਜੇ ਸਮਾਲ ਯੂਨਿਟ ਦਾ ਕੰਮ ਦਿੰਦਾ, ਉਹਦੇ ਨਾਲ ਹੋਰ ਪਾਰਟੀਆਂ ਤੋਂ ਆਪਣੇ ਪਾਰਟਸ ਇਕੱਠੇ ਕਰਦਾ ਵਾ। ਉਹ ਕਿੰਨੀ ਜਿਹੜੀ ਕਿ ਅਨਪਲਾਇਮੈਂਟ ਦਿੰਦੇ ਆ, ਗਵਰਨਮੈਂਟ ਦੀ ਇਨਡਾਇਰੈਕਟਲੀ MSME ਬਹੁਤ ਹੀ ਜ਼ਿਆਦਾ ਹੈਲਪ ਕਰ ਰਹੇ ਨੇ। ਔਰ ਉਹਨਾਂ ਦੀ ਸਰਕਾਰ ਨੂੰ ਕਿਸੇ ਵੀ ਪੱਖੋਂ ਪਿੱਛੇ ਨਹੀਂ ਹਟਣਾ ਚਾਹੀਦਾ, ਹਰ ਪੱਖੋਂ ਉਹਨਾਂ ਦੀ ਮਦਦ ਕਰਕੇ ਉਹਨਾਂ ਨੂੰ ਸਟੈਂਡ ਰੱਖਣਾ ਚਾਹੀਦਾ। ਇਸੇ ਤਰ੍ਹਾਂ ਜੋ ਸਾਡੇ ਸੀਨੀਅਰ ਸਿਟੀਜ਼ਨ ਨੂੰ ਫੈਸਿਲਿਟੀਆਂ ਨੇ ਸਰਕਾਰ ਵੱਲੋਂ, ਉਹ ਮੈਡੀਕਲੇਮ ਦੀ ਫੈਸਿਲਿਟੀ ਹੋ ਗਈ ਜਾਂ ਹੋਰ ਜਿਹੜੇ ਬੰਦੇ ਕਿ ਰੈਗੂਲਰਲੀ ਬਹੁਤ ਅੱਛੇ ਗੁੱਡ ਪੇ ਮਾਸਟਰ ਨੇ ਇਨਕਮ ਟੈਕਸ, ਉਹਨਾਂ ਨੂੰ ਵੀ ਪ੍ਰਿਵਿਲੇਜ ਕਾਰਡ ਦਿੱਤੇ ਜਾਣ ਤੇ ਉਹਨਾਂ ਨੂੰ ਮੈਡੀਕਲ ਦੇ ਵਿੱਚ GST ਦੀ ਵੇਵਰ ਦਿੱਤੀ ਜਾਵੇ। ਤੇ ਉਹ ਜਿਹੜੀ ਲਿਮਿਟ ਜੇ ਕਿ ਬਹੁਤ ਸਾਲਾਂ ਤੋਂ 25,000 ਰੁਪਏ ਤੇ ਰੱਖੀ ਗਈ ਆ, ਉਸੇ ਘੱਟੋ ਘੱਟ ਅੱਜ ਦੇ ਸਮੇਂ ਦੇ ਦੌਰਾਨ ਮੈਡੀਕਲ ਐਕਸਪੈਂਸਿਵ ਬਹੁਤ ਜ਼ਿਆਦਾ ਨੇ, ਉਹਦੀ ਇਨਕਮ ਟੈਕਸ ਰੇਟ 1 ਲੱਖ ਕੀਤੀ ਜਾਵੇ। ਇਸੇ ਤਰ੍ਹਾਂ ਜੋ ਇੰਟਰਸਟ ਦੇ ਵੀ ਜਿਹੜੇ ਇਨਸੈਂਟਿਵ ਨੇ ਬਹੁਤ ਸਾਲਾਂ ਤੋਂ ਸਰਕਾਰ ਨੇ ਰੋਕੇ ਹੋਏ ਨੇ। ਸੀਨੀਅਰ ਸਿਟੀਜ਼ਨ ਨੂੰ ਮੈਕਸਿਮਮ 50,000 ਤੱਕ ਹੀ ਰਿਬੇਟ ਮਿਲਦਾ, ਉਹਦੇ ਨਾਲ ਉਸ ਬੰਦਿਆਂ ਦੀ ਸਰਵਾਈਵਲ ਨਹੀਂ ਹੈ। ਉਹਦੀ ਲਿਮਿਟ ਵੀ ਵਧਾ ਕੇ ਘੱਟੋ ਘੱਟ ਗੱਲ ਆ ਵੀ 2 ਲੱਖ ਰੁਪਏ ਕੀਤੀ ਜਾਵੇ, ਤਾਂ ਕਿ ਜਿਹੜੇ ਸੀਨੀਅਰ ਸਿਟੀਜ਼ਨ ਵੀ ਆਪਣਾ ਜੀਵਨ ਬਹੁਤ ਵਧੀਆ, ਆਪਣਾ ਜਿਹੜੀ ਰੈਸਟ ਆਫ ਲਾਈਫ ਆ ਜੀ ਸਕਣ। ਮੇਰੀ ਇਹੀ ਬੇਨਤੀ ਨੇ ਵੀ ਸਰਕਾਰ ਸਾਡੀਆਂ ਇਹ ਮੰਗਾਂ ਤੇ ਗੌਰ ਕਰੇ, ਤਾਂ ਕਿ ਸਾਡੀ ਇੰਡਸਟਰੀ ਵੀ ਪ੍ਰਫੁੱਲਤ ਹੋ ਤੇ ਆਮ ਬੰਦੇ ਵੀ ਆਪਣੇ ਆਪ ਨੂੰ ਪ੍ਰਾਊਡ ਫੀਲ ਕਰੇ ਕਿ ਮੈਂ ਇੰਡੀਅਨ ਹਾਂ ਜੀ। ਥੈਂਕ ਯੂ।
यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।